ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਨਿਵਾਜਣ ਵਾਲੇ ਸੱਚੇ ਪਾਤਸ਼ਾਹ ਮੁਕਤ ਭੁਗਤ ਜੁਗਤ ਦੇ ਦਾਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪਾਪ ਦੂਰ ਹੁੰਦੇ ਹਨ। ਦਰਸ਼ਨ ਦੇਖਤ ਦੋਖ ਨਸੇ। ਆਪ ਜੀ ਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਕੁਝ ਸਮਾਂ ਲੜੀਵਾਰ ਕਥਾ ਦੇ ਨਾਲ ਆਪਾਂ ਜੁੜਨਾ ਹੈ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲਾਂ ਨੂੰ ਭੰਜਣ ਵਾਲੇ ਬਹੁਤੇ ਵੱਡੇ ਪਰਉਪਕਾਰੀ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਪਿਆਰ ਦੇ ਨਾਲ ਸਰਵਣ ਕਰਦੇ ਹੋ। ਸਾਰੀ ਸੰਗਤ ਪਿਆਰ ਵਿੱਚ ਆਓ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਕਾਜੀ ਅੰਮ੍ਰਿਤਸਰ ਆਇਆ, ਆ ਕੇ ਉਹਨੇ ਬੁਰੇ ਭੋਲੇ ਬੋਲ ਵੀ ਬੋਲੇ, ਪਰ ਜਦੋਂ ਆਪਣੀ ਧੀ ਨੂੰ ਸੰਗਤ ਵਿੱਚ ਸੇਵਾ ਕਰਦੀ ਨੂੰ ਵੇਖ ਲਿਆ ਤੇ ਉਹ ਕਾਜੀ ਅੱਗ ਭਪੂਲਾ ਹੋ ਗਿਆ ਜੀ। ਲਾਹੌਰ ਚਲੇ ਗਿਆ। ਲਾਹੌਰ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ ਵੀ ਕਾਜੀ ਨੇ ਆਪਣੀ ਧੀ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਉਹਦੀ ਧੀ ਜਿਹੜੀ ਹੈ ਘਰ ਛੱਡ ਕੇ ਕਿਤੇ ਚਲੇ ਗਈ ਹੈ ਜੀ। ਚੇਤਾ ਰੱਖਿਓ, ਗੁਰੂ ਜੀ ਨੂੰ ਮੰਦਾ ਬੋਲਣ ਵਾਲਾ ਬੰਦਾ ਸਾਧ ਸੰਗਤ ਜੀ ਦੋਵਾਂ ਪਾਸਿਓਂ ਹੀ ਜਾਂਦਾ ਹੈ ਜੀ। ਮੰਦਾ ਚਿਤਵਤ ਪਚਿਆ। ਸਾਧ ਸੰਗਤ ਜੀ ਕਾਜੀ ਮੰਦੀ ਬੋਲੀ ਬੋਲਦਾ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਮਾੜਾ ਬੋਲਦਾ ਸੀ ਤੇ ਮਹਾਰਾਜ ਬਾਣੀ ਵਿੱਚ ਲਿਖਦੇ ਇਹੋ ਜਿਹੇ ਬੰਦਿਆਂ ਦਾ ਹਲਤ ਪਲਤ ਸਭ ਗਿਆ, ਲੋਕ ਪਰਲੋਕ ਖਰਾਬ ਹੋ ਜਾਂਦਾ। ਅੰਮ੍ਰਿਤਸਰ ਵਿੱਚ ਵੀ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ ਤੇ ਲਾਹੌਰ ਦੇ ਲੋਕ ਵੀ ਕਾਜੀ ਦਾ ਹੀ ਕਸੂਰ ਕੱਢਦੇ ਆ ਵੀ ਕਾਜੀ ਨੇ ਆਪਣੀ ਧੀ ਨੂੰ ਬੁਰਾ ਬੋਲਿਆ ਤੇ ਉਹ ਧੀ ਉਹਦੀ ਚਲੇ ਗਈ ਹੈ। ਸਾਰੇ ਕਹਿਣ ਵੀ ਕਾਜੀ ਦੀ ਤੇ ਧੀ ਬੜੀ ਚੰਗੀ ਸੀ ਤੇ ਉਹਨੇ ਬੁਰਾ ਬੋਲਿਆ ਤੇ ਧੀ ਕੋਲੋਂ ਗੱਲ ਸਹਾਰੀ ਨਹੀਂ ਗਈ ਤੇ ਧੀ ਚਲੇ ਗਈ ਹੈ। ਕਸੂਰ ਕਿਹਦਾ ਆਇਆ ਜੀ? ਮੁੜ ਕਾਜੀ ਦਾ ਹੀ ਆਇਆ ਜੀ। ਕਾਜੀ ਅੰਮ੍ਰਿਤਸਰ ਵਿੱਚ ਵੀ ਕਿਸੇ ਜੋਗਾ ਨਹੀਂ ਰਿਹਾ ਤੇ ਸਾਧ ਸੰਗਤ ਜੀ ਲਾਹੌਰ ਵੀ ਕਿਸੇ ਜੋਗਾ ਨਹੀਂ ਰਿਹਾ। ਤੇ ਮੈਨੂੰ ਮਾਫ ਕਰਿਓ, ਜਿਹਦੀ ਇੱਥੇ ਇੱਜ਼ਤ ਨਹੀਂ ਹੁੰਦੀ ਉਹਦੀ ਸੱਚਖੰਡ ਵਿੱਚ ਵੀ ਨਹੀਂ ਹੁੰਦੀ ਜੀ। ਫਿਰ ਜੀ ਗੁਰੂ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਜੀ ਉਹਨੇ ਬੁਰਾ ਬੋਲ ਕੇ ਜੀ। ਫਿਰ ਉਹ ਕਾਜੀ ਬਾਬਾ ਬੁੱਢਾ ਜੀ ਨੂੰ ਬੁਰਾ ਬੋਲਿਆ ਜੀ। ਬਾਬਾ ਬੁੱਢਾ ਜੀ ਤੇ ਸ਼ਾਂਤੀ ਨਾਲ ਹੀ ਗੱਲ ਕਰਦੇ ਸੀਗੇ ਜੀ,
ਕਾਜੀ ਉੱਤੇ ਚੜ ਕੇ ਫਿਰ ਬੁਰਾ ਬੋਲਦਾ ਸੀਗਾ ਤੇ ਫਿਰ ਦੋਵਾਂ ਥਾਵਾਂ ਤੋਂ ਹੀ ਚਲੇ ਗਿਆ। ਚੇਤਾ ਰੱਖੋ, ਜਿਹੜੇ ਬਾਣੀ ਪੜ੍ਹਦੇ ਨਾਮ ਜਪਦੇ ਆ ਉਹਨਾਂ ਦੇ ਦੋਵਾਂ ਥਾਵਾਂ ਤੇ ਗੁਰੂ ਜੀ ਉਹਨਾਂ ਦੀ ਰਾਖੀ ਕਰਦੇ ਜੀ। ਦੋਵੇਂ ਥਾਂ ਰੱਖੇ ਗੁਰ ਸੂਰੇ, ਸੁਖ ਪੁਜੇ ਬਾਜੇ ਅਨਹਦ ਦੂਰੇ। ਉਹਨਾਂ ਦੀਆਂ ਦੋਵਾਂ ਥਾਵਾਂ ਤੇ ਰਾਖੀ ਹੁੰਦੀ ਜੀ। ਹੁਣ ਕਾਜੀ ਬੜਾ ਝੂਰਦਾ। ਕਾਜੀ ਸਾਧ ਸੰਗਤ ਜੀ ਸ਼ਾਹਜਹਾਨ ਦੇ ਕੋਲ ਵੀ ਗਿਆ, ਕਿਉਂ ਸ਼ਾਹਜਹਾਨ ਨੂੰ ਕੁਰਾਨ ਸ਼ਰੀਫ ਪੜ੍ਹ ਸੁਣਾਉਂਦਾ ਹੁੰਦਾ ਸੀ, ਅਰਥ ਕਰਦਾ ਹੁੰਦਾ ਸੀਗਾ ਜੀ। ਸ਼ਾਹਜਹਾਨ ਨੂੰ ਬਹੁਤ ਮਹਾਰਾਜ ਬਾਰੇ ਚੁੱਕਦਾ ਹੈ, ਪਰ ਸ਼ਾਹਜਹਾਨ ਵੀ ਉਹਦੀਆਂ ਗੱਲਾਂ ਦਾ ਬਹੁਤਾ ਅਸਰ ਨਹੀਂ ਕਰਦਾ ਜੀ, ਬਹੁਤਾ ਅਸਰ ਨਹੀਂ ਕਰਦਾ ਜੀ। ਸ਼ਾਹਜਹਾਨ ਨੇ ਉਲਟਾ ਉਹਨੂੰ ਕਿਹਾ ਵੀ ਗੁਰੂਆਂ ਪੀਰਾਂ ਫਕੀਰਾਂ ਦੇ ਨਾਲ ਮਾੜਾ ਨਹੀਂ ਬੋਲੀਦਾ ਹੁੰਦਾ, ਤੂੰ ਮਾੜਾ ਬੋਲਦਾ ਰਿਹਾ ਉਹਨਾਂ ਨੂੰ। ਸੋ ਕਿਸੇ ਪਾਸਿਓਂ ਵੀ ਸਾਧ ਸੰਗਤ ਜੀ ਉਸ ਕਾਜੀ ਦੀ ਜਿਹੜੀ ਗੱਲ ਸੀ ਉਹ ਸਿਰੇ ਨਾ ਲੱਗੀ ਜੀ, ਪਰ ਉਹਦੇ ਮਨ 'ਚ ਈਰਖਾ ਤੇ ਵੈਰ ਵਿਰੋਧ ਵੜ ਚੁੱਕਾ ਸੀਗਾ ਜੀ। ਗੁਰੂ ਮਿਹਰ ਕਰੇ ਸੰਗਤ ਜੀ, ਬੜੇ ਬੜੇ ਧਾਰਮਿਕ ਪੁਰਸ਼ਾਂ ਦੇ ਅੰਦਰੋਂ ਵੀ ਨਹੀਂ ਨਿਕਲਦੀ ਜੀ ਈਰਖਾ, ਵੈਰ ਵਿਰੋਧ, ਕਬਜ਼ਾ। ਉਹਦੇ ਅੰਦਰ ਇਹ ਚੀਜ਼ ਵਾੜੇ ਇਸ ਤਰੀਕੇ ਦੇ ਨਾਲ ਗਈ ਸੀਗੀ, ਉਹ ਨਿਕਲ ਨਹੀਂ ਸੀ ਰਹੀ ਜੀ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਮਦਾਸ ਪੁਰ ਕੇ ਬਿਖੈ ਸ੍ਰੀ ਹਰਗੋਬਿੰਦ ਬਾਸ। ਧੰਨ ਧੰਨ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮਾਲਕ ਸੱਚੇ ਪਾਤਸ਼ਾਹ, ਦਲਾਂ ਨੂੰ ਭੰਜਣ ਵਾਲੇ ਸਤਿਗੁਰੂ ਜੀ ਰਾਮਦਾਸਪੁਰ ਵਿਖੇ ਰਹਿ ਰਹੇ ਹਨ ਜੀ। ਰਾਮਦਾਸਪੁਰ ਕਿਹੜਾ ਜੀ? ਅੰਮ੍ਰਿਤਸਰ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਜੀ। ਮਹਾਰਾਜ ਇੱਥੇ ਰਹਿ ਰਹੇ ਹਨ ਜੀ। ਹਾਂਜੀ। ਮਨ ਭਾਵਤ ਨਿਸ ਦਯੋਸ ਮਹਿ ਬਿਲਸਤ ਬਹੁ ਬਿਲਾਸ। ਦਿਨ ਰਾਤ ਮਨ ਭਾਉਂਦੇ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਹਨ। ਬਹੁਤ ਸੰਗਤਾਂ ਆ ਰਹੀਆਂ ਹਨ। ਖੁਸ਼ੀਆਂ, ਖੇੜਿਆਂ, ਆਨੰਦਾਂ ਦਾ ਸਮਾਂ ਚੱਲ ਰਿਹਾ ਜੀ। ਚੌਪਈ ਆਯੁਧ ਵਿਦਿਆ ਕੋ ਅਭਿਆਸੂ। ਇੱਕ ਕਾਰਜ ਗੁਰੂ ਸਾਹਿਬ ਬੜਾ ਕਰਦੇ ਜੀ। ਜਿੱਥੇ ਪਰਮੇਸ਼ਰ ਦੀ ਭਗਤੀ ਕਰਦੇ ਆ, ਜਿੱਥੇ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਆ, ਆਏ ਹੋਏ ਗੁਰਮੁਖਾਂ ਨੂੰ ਨਾਮ ਦੀ ਦਾਤ ਦਿੰਦੇ ਆ, ਸਾਰਿਆਂ ਦਾ ਭਲਾ ਕਰਦੇ ਆ, ਦੁਖੀਆਂ ਦੇ ਦੁੱਖ ਦੂਰ ਕਰਦੇ ਆ, ਉੱਥੇ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਾਂ ਦਾ ਵੀ ਅਭਿਆਸ ਕਰਦੇ ਹੈਗੇ ਜੀ। ਤੇ ਸ਼ਸਤਰਾਂ ਦਾ ਅਭਿਆਸ ਕਰਨਾ ਬੜਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਬੜੇ ਬੜੇ ਜਿਨ੍ਹਾਂ ਦੇ ਸਰੀਰ ਤਗੜੇ ਨਾ ਜੀ, ਮੈਂ ਵੇਖਿਆ ਜੀ 10 ਮਿੰਟ ਲਗਾਤਾਰ ਕਿਰਪਾਨ ਘੁਮਾ ਕੇ ਵਿਖਾ ਦੇਣ, 100 ਸਾਈ ਹੋ ਜਾਣਗੇ ਜੀ। 100 ਸਾਈ ਹੋ ਜਾਣਗੇ। ਅਭਿਆਸ ਨਹੀਂ ਹੈਗਾ ਜੀ। 10 ਮਿੰਟ ਸੋਟਾ ਨਹੀਂ ਉਹ ਘੁਮਾ ਸਕਦੇ ਜੀ। 10 ਮਿੰਟ ਕਈ ਨਹੀਂ ਵਾਹ ਸਕਦੇ ਜੀ। 100 ਸਾਈ ਹੋ ਜਾਣਗੇ ਜੀ। ਹਾਂਜੀ। ਤੇ ਬਾਬਾ ਅਜੀਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ 2.5 ਘੰਟੇ ਲਗਾਤਾਰ ਸ਼ਸਤਰਾਂ ਦਾ ਅਭਿਆਸ ਕਰਦੇ ਹੁੰਦੇ ਸੀਗੇ ਜੀ। ਅੰਦਾਜ਼ਾ ਲਾਓ ਵੀ ਉਹਨਾਂ ਦੇ ਸਰੀਰ ਕਿੰਨੇ ਬਲੀ ਹੋਣਗੇ ਸਾਧ ਸੰਗਤ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਦਾ ਅਭਿਆਸ ਬੜਾ ਕਰਦੇ ਜੀ। ਕਈ ਘੰਟੇ ਸੱਚੇ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਜੀ। ਤਲਵਾਰ ਚਲਾਉਣੀ, ਤੀਰ ਚਲਾਉਣਾ। ਹਾਂਜੀ।
ਨਿਤ ਕਰਾਏ ਗਨ ਜੋਧਨ ਪਾਸੂ। ਫਿਰ ਇਹ ਨਹੀਂ ਵੀ ਆਪ ਕਰ ਲਿਆ ਤੇ ਬਸ ਹੈ ਜੀ, ਨਾਲ ਦਿਆਂ ਸਿੱਖਾਂ ਨੂੰ ਤੇ ਯੋਧਿਆਂ ਨੂੰ ਵੀ ਕਹਿਣਾ ਵੀ ਅਭਿਆਸ ਕਰੋ, ਸ਼ਸਤਰਾਂ ਦਾ ਅਭਿਆਸ ਕਰੋ। ਯੋਧਿਆਂ ਦੇ ਕੋਲੋਂ ਸ਼ਸਤਰਾਂ ਦਾ ਅਭਿਆਸ ਸੱਚੇ ਪਾਤਸ਼ਾਹ ਕਰਵਾਉਂਦੇ ਆ ਜੀ। ਅਨੇਕ ਪ੍ਰਕਾਰ ਆਪ ਭੀ ਕਰੈ। ਅਨੇਕ ਪ੍ਰਕਾਰ ਦਾ ਆਪ ਵੀ ਅਭਿਆਸ ਕਰਦੇ ਜੀ। ਕਾਦਾ ਜੀ ਉਹ ਸੁਣੋ ਜੀ। ਸ਼ੋਰ ਤੁਫੰਗ ਤੁਰੰਗਨ ਚਰੈ। ਘੋੜੇ ਦੇ ਉੱਤੇ ਚੜ ਕੇ ਨਾ ਜੀ, ਘੋੜੇ ਦੇ ਉੱਤੇ ਚੜ ਕੇ ਤੇ ਘੋੜੇ ਨੂੰ ਭਜਾ ਕੇ ਤੇ ਗੋਲੀ ਚਲਾਉਣ ਦਾ ਅਭਿਆਸ ਸੱਚੇ ਪਾਤਸ਼ਾਹ ਕਰਦੇ ਜੀ। ਕਿਉਂ? ਜੰਗ ਯੁੱਧ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਜੀ। ਹਾਂਜੀ। ਹਾਏ ਤਵਾਏ ਤੋਮਰ ਕੋ ਫੋਰਨ। ਘੋੜਿਆਂ ਨੂੰ ਭਜਾ ਕੇ ਫਿਰ ਨੇਜਿਆਂ ਨੂੰ ਘੁਮਾਉਣਾ ਸਾਧ ਸੰਗਤ ਜੀ। ਹਾਂਜੀ, ਨੇਜੇ ਰਾਹੀਂ ਨਿਸ਼ਾਨਾ ਲਾਉਣਾ ਜੀ। ਹਾਂਜੀ। ਕਰੈ ਪ੍ਰਹਾਰ ਨਿਸ਼ਾਨੋ ਹੇਰਨ। ਨਿਸ਼ਾਨਾ ਵੇਖ ਕੇ ਘੋੜਾ ਭੱਜ ਰਿਹਾ ਹੋਵੇ, ਹੱਥ 'ਚ ਨੇਜਾ ਹੋਵੇ ਜੀ, ਤੇ ਮੈਨੂੰ ਮਾਫ ਕਰਿਓ, ਮੈਂ ਸੱਚੀ ਗੱਲ ਦੱਸਦਾ। ਪਹਿਲੀ ਗੱਲ ਤੇ ਨੌਜਵਾਨ ਕਥਾ ਘੱਟ ਸੁਣਦੇ ਜੀ। ਹਾਂਜੀ। ਤੇ ਜੇ ਕੋਈ ਰੱਬ ਦੀ ਮਿਹਰ ਵਾਲਾ ਸੁਣਦਾ ਵੀ ਹੋਵੇ ਤੇ ਉਹਨੂੰ ਨੇਜੇ ਦਾ ਨਹੀਂ ਪਤਾ ਲੱਗਣਾ ਜੀ। ਨੇਜਾ ਹੱਥ 'ਚ ਲੈ ਕੇ ਸਾਹਮਣੇ ਨਿਸ਼ਾਨਾ ਹੋਣਾ ਤੇ ਉਹਦੇ ਵਿੱਚ ਲਾਉਣਾ ਜੀ ਨਿਸ਼ਾਨਾ ਜੀ, ਤੇ ਘੋੜਾ ਫੁੱਲ ਸਪੀਡ ਵਿੱਚ ਜੀ। ਇਹ ਪ੍ਰੈਕਟਿਸ ਨਾਲ ਆਉਣਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਵੀ ਅਭਿਆਸ ਕਰਦੇ ਜੀ। ਹਾਂਜੀ। ਤਰਵਾਰਨ ਕੋ ਵਾਰ ਕਰਨ ਤੇ। ਫਿਰ ਯੁੱਧ ਵਿਦਿਆ ਦਾ ਅਭਿਆਸ, ਤਲਵਾਰਾਂ ਚਲਾਉਣੀਆਂ, ਵਾਰ ਕਿਵੇਂ ਕਰਨਾ, ਤੇ ਜੇ ਆਪਣੇ ਤੇ ਵਾਰ ਹੋਇਆ ਤੇ ਬਚਾਉਣਾ ਕਿਵੇਂ ਹੈ ਵਾਰ ਨੂੰ। ਹਾਂਜੀ। ਬਾਣ ਮਹਾਨ ਕਮਾਨ ਖਿਚੰਤੇ। ਵਾਹ ਜੀ ਵਾਹ। ਤੀਰ ਕਮਾਨ ਬੜੇ ਜ਼ੋਰ ਨਾਲ ਖਿੱਚਦੇ ਮਹਾਰਾਜ ਜੀ। ਕਮਾਨ ਜਿਹੜਾ ਉਹ ਜ਼ੋਰ ਨਾਲ ਖਿੱਚਦੇ, ਫਿਰ ਉਹ 'ਚ ਤੀਰ ਲਾਉਂਦੇ ਆ। ਪਹਿਲਾਂ ਤੀਰ ਲਾਉਣਾ, ਫਿਰ ਜ਼ੋਰ ਨਾਲ ਖਿੱਚਣਾ ਜੀ, ਫਿਰ ਉਹਨੂੰ ਛੱਡਣਾ ਜੀ। ਇਹਦਾ ਬੜਾ ਅਭਿਆਸ ਚਾਹੀਦਾ ਜੀ। ਹਾਂਜੀ। ਕਬ ਘੋਰੇ ਪਰ ਕਬ ਹੋਏ ਖਰੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਦੀ ਤੇ ਘੋੜੇ ਉੱਤੇ ਚੜ੍ਹਦੇ ਆ ਤੇ ਮਹਾਰਾਜ ਇੰਨਾ ਜ਼ਿਆਦਾ ਯੁੱਧ ਵਿਦਿਆ ਦਾ ਅਭਿਆਸ ਕੀਤਾ ਸੱਚੇ ਪਾਤਸ਼ਾਹ। ਕਦੀ ਤਾਂ ਘੋੜਿਆਂ ਤੇ ਚੜ੍ਹਿਆਂ ਤੀਰ ਚਲਾਉਂਦੇ ਆ ਤੇ ਕਦੀ ਖਲੋ ਕੇ ਤੀਰ ਚਲਾਉਂਦੇ। ਤੇ ਘੋੜਾ ਭੱਜ ਰਿਹਾ ਹੋਵੇ ਨਾ ਤੇ ਭੱਜਦੇ ਘੋੜੇ ਉੱਤੇ ਖਲੋ ਵੀ ਜਾਂਦੇ ਮਹਾਰਾਜ ਜੀ। ਹਾਂਜੀ। ਇਹ ਵੀ ਬੜੀ ਵੱਡੀ ਪ੍ਰੈਕਟਿਸ ਹੈਗੀ ਜੀ। ਤੁਸੀਂ ਵੇਖੋ ਨਿਹੰਗ ਸਿੰਘਾਂ ਨੂੰ ਜੀ, 2 ਘੋੜੇ ਭੱਜ ਰਹੇ ਹੁੰਦੇ ਜੀ, ਤੇ ਇੱਕ ਪੈਰ ਇੱਧਰ ਤੇ ਇੱਕ ਇੱਧਰ ਜੀ। ਹਾਂਜੀ। ਤੇ ਉਹਨਾਂ ਨੂੰ ਬੈਲੈਂਸ ਕਰਕੇ ਰੱਖਣਾ ਜੀ। ਇਹੋ ਜਿਹਾ ਵਿਦਿਆ ਦਾ ਅਭਿਆਸ ਸੱਚੇ ਪਾਤਸ਼ਾਹ ਜੀ ਦੇ ਕੋਲ ਹੈਗਾ ਜੀ। ਹਾਂਜੀ। ਤੋਮਰ ਤੀਰ ਤੁਫੰਗ ਚਲਾਵੇ। ਫਿਰ ਸਾਧ ਸੰਗਤ ਜੀ, ਨੇਜਾ, ਤੀਰ ਤੇ ਬੰਦੂਕ, ਇਹਨਾਂ ਨੂੰ ਚਲਾਉਣ ਦਾ ਅਭਿਆਸ ਤੇ 6ਵੇਂ ਪਾਤਸ਼ਾਹ ਜੀ ਦਾ ਬਹੁਤਾ ਹੀ ਜ਼ਬਰਦਸਤ ਹੈਗਾ। ਆਖੋ ਵਾਹਿਗੁਰੂ। ਵਾਹਿਗੁਰੂ। ਮਤਲਬ ਕੋਈ ਮੁਕਾਬਲਾ ਨਹੀਂ ਹੈਗਾ ਜੀ ਇਹਨਾਂ 'ਚ। ਹਾਂਜੀ। ਸਿਪਰ ਖੜਗ ਕੋ ਦਾਵਨ ਪੇਲੈ। ਤਲਵਾਰ ਦੇ ਵਾਰ ਨੂੰ ਸਾਧ ਸੰਗਤ ਜੀ ਢਾਲ ਤੇ ਰੋਕਣਾ ਜੀ। ਹੁਣ ਨਿਰਾ ਤਲਵਾਰ ਚਲਾਉਣੀ ਨਹੀਂ ਨਾ ਹੋਣੀ ਚਾਹੀਦੀ। ਜੇ ਵਾਰ ਹੋ ਗਿਆ ਤੇ ਉਸ ਵਾਰ ਨੂੰ ਰੋਕਣਾ ਕਿਵੇਂ ਹੈ, ਇਹਦਾ ਵੀ ਮਹਾਰਾਜ ਅਭਿਆਸ ਕਰਦੇ ਜੀ। ਹੁਣ ਧਿਆਨ ਨਾਲ ਸੁਣਿਓ। ਜੰਗ 'ਚ ਗੁਰੂ ਸਾਹਿਬ ਉੱਤੇ ਵਾਰ ਚਲਾਇਆ ਜੀ। ਹਾਂਜੀ। ਤੇ ਗੁਰੂ ਸਾਹਿਬ ਨੇ ਉਹ ਵਾਰ ਗੁਰੂ ਸਾਹਿਬ ਦੇ ਮੁੱਖ ਵਾਲੇ ਪਾਸੇ ਕੀਤਾ ਗਿਆ ਜੀ, ਗਰਦਨ ਤੇ। ਮਹਾਰਾਜ ਨੇ ਉਹ ਵਾਰ ਰੋਕ ਕੇ ਨਾ ਜੀ, ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਵੈਰੀ ਨੂੰ ਮਾਰ ਦਿੱਤਾ ਜੀ। ਅਭਿਆਸ ਹੀ ਹੈ ਨਾ। ਕੇਰੀ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਦੇ ਮੁੱਖ ਤੇ ਆ ਕੇ ਝਪਟਿਆ, ਉਹ ਤੇ ਤਲਵਾਰ ਦੇ ਵਾਰ ਨਾਲੋਂ ਵੀ ਭੈੜਾ ਹੈਗਾ ਜੀ। ਜ਼ਿਆਦਾ ਬਲ ਚਾਹੀਦਾ ਜੀ। ਉਹਦਾ ਸਾਰਾ ਵੇਟ ਮਹਾਰਾਜ ਨੇ ਢਾਲ ਦੇ ਉੱਤੇ ਸਹਿ ਕੇ, ਤੇ ਪਤਾ ਹੀ ਉਦੋਂ ਲੱਗਾ ਜਦੋਂ ਢਿੱਡ ਵੱਢ ਕੇ 2 ਟੋਟੇ ਕਰਤੇ ਜੀ ਉਹਦੇ ਜੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਫਿਰ ਇਹ ਵੀ ਵਾਰ ਨੂੰ ਰੋਕਣਾ ਕਿਵੇਂ ਹੈ, ਇਹਦਾ ਵੀ ਅਭਿਆਸ ਕਰਦੇ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਹੈ ਹੀ ਪਰਮੇਸ਼ਰ ਨੇ ਜੀ। ਇਹ ਤਾਂ ਅਭਿਆਸ ਤਾਂ ਕਰਕੇ ਵਿਖਾ ਰਹੇ ਹੈ, ਦੂਜੇ ਯੋਧੇ ਜਿਹੜੇ ਉਹ ਵੀ ਕਰਨ ਜੀ।
ਤੇ ਜਿਹੜਾ ਇਹ ਕਥਾ ਸੁਣ ਲੈਂਦਾ ਉਹਦਾ ਜੀ ਕਰਦਾ ਮੈਂ ਵੀ ਅਭਿਆਸ ਕਰਾਂ ਜੀ। ਹਾਂਜੀ। ਅਰਹੈ ਏਕ ਕੋ ਦੁਤੀ ਧਕੇਲੈ। ਫਿਰ ਕਿਵੇਂ ਦੂਜੇ ਨੂੰ ਧੱਕਾ ਲਾਉਣਾ ਜੀ। ਅੜ ਕੇ ਆਪ ਅੜ ਕੇ ਦੂਜੇ ਨੂੰ ਧੱਕਾ ਲਾ ਕੇ ਪਰਾਂ ਸੁੱਟਣਾ ਮੈਦਾਨ 'ਚ, ਇਹਦਾ ਵੀ ਅਭਿਆਸ ਕਰਦੇ ਤੇ ਕਰਾਉਂਦੇ ਹਨ। ਹੋਏ ਮੰਡਲਾਕਾਰ ਚਲਾਏ। ਗੋਲਾਕਾਰ ਹੋ ਕੇ ਤਲਵਾਰ ਕਿਵੇਂ ਚਲਾਉਣੀ ਹੈ, ਸੋਟਾ ਕਿਵੇਂ ਚਲਾਉਣਾ, ਨੇਜਾ ਕਿਵੇਂ ਚਲਾਉਣਾ ਹੈ। ਕਰੈ ਸ਼ੀਘਰਤਾ ਇਤ ਉਤ ਧਾਏ। ਬੜੀ ਫੁਰਤੀ ਦੇ ਨਾਲ ਇੱਧਰ ਉੱਧਰ ਜਾਣਾ, ਇਹਦਾ ਅਭਿਆਸ ਕਰਦੇ ਜੀ ਤੇ ਕਰਾਉਂਦੇ ਜੀ। ਮੈਂ ਇੱਥੇ ਦਿਨ ਰਾਤ ਅਸੀਂ ਆਪਸ 'ਚ ਹੀ ਪ੍ਰੈਕਟੀਕਲ ਕਰਦੇ ਰਹੀਦਾ ਜੀ। ਹਾਂਜੀ। ਸਿੰਘ ਨੂੰ ਕਹੀਏ ਭੱਜ ਕੇ ਜਾ ਤੇ ਕੰਮ ਕਰ, ਤੇ ਕਈ ਤੇ ਬੜੇ ਫੁਰਤੀਲੇ, ਅੱਡੀ ਨਹੀਂ ਲੱਗਦੀ ਥੱਲੇ। ਹਾਂਜੀ। ਤੇ ਕਈ ਉੱਥੋਂ ਤੱਕ ਜਾਂਦੇ ਹੀ ਬੜਾ ਚਿਰ ਲਾ ਦਿੰਦੇ ਜੀ। ਤੇ ਫਿਰ ਚੀਜ਼ ਲੈ ਕੇ ਪਤਾ ਨਹੀਂ ਕਿਹੜੇ ਵੇਲੇ ਵਾਪਸ ਪਰਤਣਾ, ਸ਼ਾਮਾਂ ਹੀ ਨਹੀਂ ਪੈ ਜਾਣੀਆਂ ਜੀ, ਪਤਾ ਹੀ ਕੋਈ ਨਹੀਂ ਜੀ। ਤੇ ਕਈਆਂ ਦੀ ਅੱਡੀ ਨਹੀਂ ਲੱਗਦੀ ਜੀ। ਸਰੀਰ ਫੁਰਤੀਲਾ ਹੋਣਾ ਇਹ ਵੀ ਰੱਬ ਦੀ ਵੀ ਮਿਹਰ ਹੈ ਤੇ ਤੰਦਰੁਸਤੀ ਦੀ ਵੀ ਨਿਸ਼ਾਨੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਸਰੀਰ ਫੁਰਤੀਲਾ ਹੋਣਾ ਜੀ। ਉਹ ਉਦੋਂ ਫਿਰ ਅੱਜ ਤਾਂ ਕੀ ਕਰਦੇ ਆ ਵੀ ਸੈਰ ਕਰਨ ਜਾਂਦੇ ਆ, ਦੌੜ ਲਾਉਣ ਜਾਂਦੇ ਆ, ਤੇ ਘਰਾਂ 'ਚ ਹੀ ਕਈਆਂ ਸਾਈਕਲ ਰੱਖੇ, ਉਹ ਫਿਰ ਸਾਈਕਲ ਚਲਾਉਂਦੇ ਆ ਜੀ। ਤੇ ਸਾਧ ਸੰਗਤ ਜੀ ਕਈਆਂ ਭੱਜਣ ਵਾਲੀ ਮਸ਼ੀਨ ਘਰ ਹੀ ਰੱਖੀ ਜੀ, ਉਹਦੇ ਤੇ ਭੱਜਦੇ ਹੈਗੇ ਆ ਜੀ। ਉਦੋਂ ਇਹੋ ਜਿਹੇ ਕੰਮ ਨਹੀਂ ਸੀ ਹੁੰਦੇ ਜੀ। ਉਦੋਂ ਜੰਗ ਦਾ ਅਭਿਆਸ ਕਰਦੇ। ਨਾ ਮਾਰੋ ਕਿਸੇ ਨੂੰ, ਆਪਸ 'ਚ ਜੰਗ ਦਾ ਅਭਿਆਸ ਕਰੋ। ਸੋ ਬੜੀ ਫੁਰਤੀ ਦੇ ਨਾਲ ਗੋਲਾਕਾਰ ਹੋ ਕੇ ਮਾਰਨਾ, ਇੱਧਰ ਉੱਧਰ ਭੱਜਣਾ, ਇਹ ਅਭਿਆਸ ਮਹਾਰਾਜ ਕਰਾਉਂਦੇ ਜੀ। ਹਾਂਜੀ। ਮਨੋ ਪਰਤ ਹੈ ਮਲ ਅਖਾਰਾ। ਕਹਿੰਦੇ ਮਾਨੋ ਇਸ ਤਰ੍ਹਾਂ ਹੁੰਦਾ ਹੈ ਜਿਨੋਂ ਸਿੰਘ ਵਾਹਿਗੁਰੂ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਈ ਘੰਟਿਆਂ ਤੱਕ ਜੰਗ ਦੀ ਵਿੱਦਿਆ ਦਾ ਅਭਿਆਸ ਕਰਦੇ ਆ ਨਾ, ਉਦੋਂ ਐਂ ਲੱਗਦਾ ਜਿਵੇਂ ਮੱਲ ਅਖਾੜਾ ਲੱਗਾ ਹੁੰਦਾ ਹੈ ਜੀ। ਮੱਲ ਅਖਾੜਾ ਕਿਹਨੂੰ ਕਹਿੰਦੇ? ਪਹਿਲਵਾਨਾਂ ਦੇ ਅਖਾੜੇ ਨੂੰ। ਤੇ ਇਹ ਗਤਕਾ ਅਖਾੜਾ ਹੈ ਜੀ। ਹਾਂਜੀ। ਭਾਵ ਦਾਵ ਕਰ ਅਨੇਕ ਪ੍ਰਕਾਰ। ਅਨੇਕ ਤਰ੍ਹਾਂ ਦੇ ਭਾਵ, ਕਈ ਤਰ੍ਹਾਂ ਦੇ ਦਾ ਲਾਉਣੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਪਹਿਲਵਾਨ ਲਾਉਂਦੇ ਨਾ ਦਾ, ਇਧਰੋਂ ਦਾ ਪਾਇਆ ਤੇ ਫੁੱਟਤਾ ਜੀ ਉਹਨੂੰ, ਇਧਰੋਂ ਦਾ ਪਾਇਆ ਤੇ ਫੁੱਟਤਾ ਜੀ ਉਹਨੂੰ ਜੀ। ਹਾਂਜੀ। ਬੜਾ ਜ਼ਰੂਰੀ ਹੈਗਾ ਜੀ ਇਹ ਕੰਮ ਵੀ ਜੀ, ਆਉਣਾ ਚਾਹੀਦਾ। ਸਰੀਰ ਤੰਦਰੁਸਤ ਰਹਿੰਦਾ ਜੀ। ਹਾਂਜੀ। ਬਹੁਤ ਸ਼ੀਘਰਤਾ ਕਰ ਦਿਖਰਾਵੇ। ਫਿਰ ਬੜੀ ਛੇਤੀ ਕਰਕੇ ਵਿਖਾਉਂਦੇ ਜੀ, ਬੜੀ ਛੇਤੀ ਕਰਕੇ। ਗੁਰੂ ਹਰਗੋਬਿੰਦ ਸਾਹਿਬ ਆਪ ਵੀ ਕਰਦੇ ਹੈਗੇ ਜੀ ਸਾਰਾ ਕੁਛ ਜੀ। ਹਾਂਜੀ। ਕਿਦੋਂ ਲੱਛ ਕੋ ਮਾਰ ਗਿਰਾਵੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਬਾਹਰੀ ਤੌਰ ਤੇ ਇੰਨਾ ਅਭਿਆਸ ਕੀਤਾ, ਗੁਰਸਿੱਖਾਂ ਨੂੰ ਇੰਨਾ ਅਭਿਆਸ ਕਰਵਾਇਆ ਕਿ ਮਾਨੋ ਹੁਣੇ ਹੀ ਫੌਜ ਆਵੇ ਤਾਂ ਉਹਨਾਂ ਨੂੰ ਫੌਜਾਂ ਨੂੰ ਸੁੱਟ ਦੇਣ ਜੀ ਸਾਰੇ ਜੀ ਹੈ ਜੀ। ਹਾਂਜੀ। ਤੇਹ ਪਿਖ ਸਾਧ ਸਾਧ ਗੁਰ ਕਹੈ। ਸੂਰਮੇ ਜਦੋਂ ਦਾਲ ਆਉਂਦੇ ਆ, ਇੱਕ ਦੂਜੇ ਦੇ ਨਾਲ ਭਿੜਦੇ ਆ, ਇੱਕ ਦੂਜੇ ਤੋਂ ਵੱਧ ਵਧੀਆ ਕੰਮ ਕਰਕੇ ਵਿਖਾਉਂਦੇ ਆ, ਤੇ ਗੁਰੂ ਹਰਗੋਬਿੰਦ ਸਾਹਿਬ ਫਿਰ ਸ਼ਾਬਾਸ਼ ਕਹਿੰਦੇ ਆ ਜੀ। ਸ਼ਾਬਾਸ਼ ਕਹਿੰਦੇ ਆ। ਸਾਧ ਸੰਗਤ ਜੀ, ਸਿੰਘਾਂ ਦੇ ਅੱਜ ਦੀ ਗੱਲ ਕਰਦਾ, ਸਰੀਰਾਂ 'ਚ ਤਾਕਤਾਂ ਹੋਣੀਆਂ ਚਾਹੀਦੀਆਂ ਨੇ ਜੀ। ਸਾਡੇ ਨੌਜਵਾਨ ਬੱਚੇ, ਚਲੋ ਹੁਣ ਬਜ਼ੁਰਗ ਨਾ ਕਥਾ ਸੁਣ ਕੇ ਤੇ ਘਰ ਜਾ ਕੇ ਤਲਵਾਰਾਂ ਕੱਢ ਲਿਓ ਵੀ ਅੱਜ ਕਥਾ ਸੁਣੀ ਹੈ ਤੇ ਅੱਜ ਨਹੀਂ ਛੱਡਣਾ ਕਿਸੇ ਨੂੰ। ਆਖੋ ਵਾਹਿਗੁਰੂ। ਵੀ ਅੱਜ ਇੱਕ ਬੰਦੇ ਨੂੰ, ਇੱਕ ਅੱਧੇ ਬੰਦੇ ਨੂੰ ਝਟਕਾਉਣਾ ਹੀ ਝਟਕਾਉਣਾ। ਪਰ ਸਰੀਰ ਦਾ ਅਭਿਆਸ ਬੜਾ ਜ਼ਰੂਰੀ ਹੈ ਜੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਫਿਟਨੈਸ ਕਹਿ ਦਿੰਦੇ ਹਾਂ। ਫਿਟਨੈਸ ਹਾਂ, ਸਰੀਰਾਂ 'ਚ ਜਾਨ ਹੋਵੇ ਜੀ, ਬਲ ਹੋਵੇ ਜੀ। ਹਾਂਜੀ। ਕਰਹਿ ਰਿਝਾਵਨ ਬਖਸ਼ਿਸ਼ ਲਹੈ। ਤੇ ਗੁਰੂ ਸਾਹਿਬ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਆ। ਗੁਰਸਿੱਖ ਫਿਰ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਕੇ ਤੇ ਬਖਸ਼ਿਸ਼ਾਂ ਲੈਂਦੇ ਸੱਚੇ ਪਾਤਸ਼ਾਹ ਜੀ ਦੀਆਂ। ਇਸ ਪ੍ਰਕਾਰ ਸ਼ਸਤਰਨ ਅਭਿਆਸੂ। ਇਸ ਤਰੀਕੇ ਦੇ ਨਾਲ ਸ਼ਸਤਰਾਂ ਦਾ ਅਭਿਆਸ ਹੁੰਦਾ ਜੀ। ਜੰਗ ਦਾ ਅਭਿਆਸ ਕਰਦੇ ਜੀ ਗੁਰੂ ਜੀ ਦੇ ਸਿੱਖ।
ਹੋਹੈ ਨਿਤਾ ਪ੍ਰਤ ਅਧਿਕ ਪ੍ਰਕਾਸ਼ੂ। ਤੇ ਹਰ ਰੋਜ਼ ਬਹੁਤ ਹੀ ਖੁਸ਼ੀਆਂ ਦਾ ਪ੍ਰਕਾਸ਼ ਹੁੰਦਾ ਜੀ। ਉਹ ਵੈਰ ਭਾਵ ਥੋੜੀ ਰੱਖ ਕੇ ਕਰਦੇ ਜੀ, ਆਪਸ 'ਚ ਕਰਦੇ ਜੀ। ਸਰੀਰ ਤੰਦਰੁਸਤ ਰਹੇ ਜੀ। ਮਹਾਰਾਜ ਕੁਸ਼ਤੀਆਂ ਵੀ ਕਰਾਉਂਦੇ ਆ, ਆਖੋ ਵਾਹਿਗੁਰੂ। ਵਾਹਿਗੁਰੂ। ਪਹਿਲਵਾਨਾਂ ਵਾਲੀਆਂ ਕੁਸ਼ਤੀਆਂ ਵੀ ਕਰਾਉਂਦੇ ਆ। ਹਾਂਜੀ। ਦੇਸ਼ ਵਿਦੇਸ਼ਨ ਮੈਂ ਜਸ ਫੈਲਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਫੈਲ ਗਿਆ ਜੀ। ਹਾਂਜੀ। ਬਖਸ਼ਤ ਬਹੁ ਧਨ ਸ਼੍ਰੀ ਗੁਰਸ਼ੈਲਾ। ਤੇ ਫਿਰ ਇਹ ਵੀ ਗੱਲ ਪ੍ਰਸਿੱਧ ਹੋ ਗਈ, ਜਿਹੜਾ ਯੋਧਾ ਸੂਰਮਾ ਗੁਰੂ ਜੀ ਨੂੰ ਵਧੀਆ ਕਰਤੱਵ ਕਰਕੇ ਵਿਖਾਵੇ, ਮਹਾਰਾਜ ਮਾਇਆ ਵੀ ਦਿੰਦੇ ਨੇ, ਖੁੱਲੀ ਮਾਇਆ ਦਿੰਦੇ ਆ ਜੀ। ਅੱਜ ਵੀ ਦਿੰਦੇ ਜੀ, ਲੱਖਾਂ ਰੁਪਈਆਂ ਦੇ ਹਿਸਾਬ ਨਾਲ ਆ ਜਿਹੜੇ ਮੇਲੇ ਕਰਾਉਂਦੇ ਦਿੰਦੇ ਜੀ। ਛਿੰਝ ਮੇਲਾ ਕਹਿੰਦੇ ਜੀ ਉਹਨੂੰ ਜੀ। ਹਾਂਜੀ, ਪਹਿਲਵਾਨਾਂ ਨੂੰ ਦਿੰਦੇ, ਦੇਣੀ ਚਾਹੀਦੀ ਹੈ। ਨਸ਼ੇ ਤੋਂ ਬਚ ਜਾਂਦਾ ਜੀ ਬੰਦਾ ਜੀ। ਜਿੰਨੇ ਸਰੀਰ ਬਣਾਉਣਾ ਨਾ ਜੀ, ਜੇ ਕੋਈ ਸੋਚੇ ਨਾ ਮੈਂ ਪਹਿਲਵਾਨ ਬਣਨਾ, ਸਮਝੋ ਉਹਦੀ ਕਿਸਮਤ ਚੰਗੀ ਹੈਗੀ ਜੀ। ਨਸ਼ੇ ਤੋਂ ਬਚ ਜਾਏਗਾ, ਵਿਕਾਰਾਂ ਤੋਂ ਬਚ ਜਾਏਗਾ ਜੀ, ਜੇ ਕੋਈ ਸੋਚੇ ਜੀ। ਤੇ ਫਿਰ ਟੀਕਿਆਂ ਵਾਲਾ ਪਹਿਲਵਾਨ ਨਾ ਬਣੇ, ਅੰਦਰੋਂ ਬਣੇ, ਅੰਦਰੋਂ ਜੀ। ਮਹਾਰਾਜ ਮਾਇਆ ਦਿੰਦੇ ਜੀ ਉਹਨਾਂ ਨੂੰ। ਇਹ ਗੱਲ ਬੜੀ ਦੂਰ ਦੂਰ ਤੱਕ ਫੈਲ ਗਈ। ਸੁਨ ਸੁਨ ਸੁਭਟ ਆਨ ਗਨ ਲਹੈ। ਤੇ ਫਿਰ ਸੁਣ ਸੁਣ ਕੇ ਸਾਰੇ ਦੇਸ਼ ਚੋਂ ਜਿੱਥੇ ਕਿਸੇ ਦਾ ਸਰੀਰ ਤਗੜਾ, ਜਿਹੜਾ ਯੋਧਾ ਸੂਰਮਾ ਸ਼ਸਤਰਧਾਰੀ ਆ, ਉਹ ਫਿਰ ਸਤਿਗੁਰੂ ਦੇ ਚਰਨਾਂ 'ਚ ਆ ਜਾਂਦਾ ਜੀ। ਆ ਕੇ ਕਰਤੱਵ ਵਿਖਾਉਂਦਾ ਜੀ। ਮਹਾਰਾਜ ਉਹਨੂੰ ਵੀ ਮਾਇਆ ਦਿੰਦੇ ਜੀ। ਹਾਂਜੀ। ਜੇ ਬਹੁ ਸ਼ਸਤਰਨ ਵਿਦਿਆ ਲਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਜਿਹੜੇ ਫਿਰ ਸ਼ਸਤਰਾਂ ਦੀ ਵਿਦਿਆ ਰੱਖਦੇ ਆ ਸਾਧ ਸੰਗਤ ਜੀ, ਫਿਰ ਮਹਾਰਾਜ ਉਹਨਾਂ ਨੂੰ ਮਾਇਆ ਦਿੰਦੇ ਜੀ। ਆ ਰਾਜਸਥਾਨ ਵਾਲੇ ਰਜਵਾੜੇ ਜਿਹੜੇ ਆ, ਉਹਨਾਂ ਕੋਲ ਵੀ ਸ਼ਸਤਰ ਵਿਦਿਆ ਹੈਗੀ ਆ ਜੀ। ਬੜਿਆਂ ਕੋਲ ਸ਼ਸਤਰ ਵਿਦਿਆ ਹੈਗੀ ਜੀ। ਕੁਝ ਸਮਾਂ ਪਹਿਲਾਂ, ਜ਼ਿਆਦਾ ਸਮਾਂ ਤੇ ਆ ਕਰਾਟੇ ਜਿਹੜੇ ਚੱਲੇ ਆ ਸਾਧ ਸੰਗਤ ਜੀ, ਇਹ ਵੀ ਇੱਕ ਵਿਦਿਆ ਹੈਗੀ ਆ ਜੀ। ਸਾਰਾ ਬਲ ਰੱਖਣਾ ਜੀ। ਕੇਸਰੀ ਫਿਲਮ ਬਣੀ ਜੀ, ਕੇਸਰੀ ਫਿਲਮ ਯੋਧਿਆਂ ਉੱਤੇ ਜੀ, ਸਾਰਾ ਗੜੀ ਦੇ। ਤੇ ਉਹਦੇ ਵਿੱਚ ਮੁੱਖ ਪਾਤਰ ਈਸ਼ਰ ਸਿੰਘ ਹੈ ਜੀ। 21 ਸਿੰਘ ਨੇ ਜੀ। ਉਹ 21 ਦਾ ਜਿਹੜਾ ਬਾਇਓਡਾਟਾ ਸਾਰਾ ਜੀ, ਜਿਸ ਸਿੰਘ ਨੇ ਇਕੱਠਾ ਕੀਤਾ, ਜਿਹਦੀ ਸਟੋਰੀ ਸੀਗੀ, ਜਿਹਦੀ ਮਦਦ ਦੇ ਨਾਲ ਬਣੀ, ਮੈਨੂੰ ਉਹਦਾ ਨਾਮ ਭੁੱਲਿਆ। ਅਸੀਂ ਉਹਦੇ ਘਰ ਗਏ ਜੀ ਗੁਰਮੁਖਾਂ ਨਾਲ, ਤਾਂ ਗੱਲ ਚੱਲੀ ਉੱਥੇ। ਕਹਿੰਦੇ ਜੀ ਇਹ ਕੀ ਕਰਦੇ ਸੀਗੇ ਕਿ ਇਸ ਤਰ੍ਹਾਂ ਹੱਥ ਦੇ ਨਾਲ ਹੀ 5-5 ਇੱਟਾਂ ਤੋੜ ਦੇਣੀਆਂ ਇਕੱਠੀਆਂ ਜੀ ਇਹਨਾਂ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਵੇਂ, ਵੀ ਹੱਡੀ ਨਹੀਂ ਟੁੱਟਦੀ ਹੋਏਗੀ ਇੱਥੋਂ, ਜਦੋਂ ਇੰਨੀ ਜ਼ੋਰ ਦੀ ਮਾਰਨਾ, ਇੱਟਾਂ ਤੋੜ ਦੇਣੀਆਂ ਜੀ ਉਹਨਾਂ ਨੇ। ਮੈਂ ਪੁੱਛਿਆ ਵੀ ਇਹ ਕਿਵੇਂ ਕਰਦੇ ਹੋ? ਕਹਿੰਦੇ ਵੀ ਪੂਰਾ ਧਿਆਨ ਕੰਸਨਟਰੇਟ ਕਰ ਲੈਣਾ, ਤੂੰ ਸਰੀਰ ਦੀ ਸਾਰੀ ਸ਼ਕਤੀ ਇੱਥੇ ਲੈ ਆਉਣੀ, ਕਹਿੰਦੇ ਸਾਰੀ ਇੱਥੇ ਲੈ ਆਉਣੀ, ਬਾਰ-ਬਾਰ ਅਭਿਆਸ ਕਰਨਾ। ਫਿਰ ਕਹਿੰਦੇ ਮੈਂ ਮੇਲਿਆਂ 'ਚ ਜਾਂਦਾ ਹੁੰਦਾ ਸਾਂ, ਤੇ ਜਦੋਂ ਇੰਜ ਕਰਨਾ 5 ਇੱਟਾਂ ਉਸੇ ਵੇਲੇ ਤੋੜ ਦੇਣੀਆਂ ਜੀ। ਤੇ ਇੱਟਾਂ ਜਿਹੜਾ ਮਰਜ਼ੀ ਬੰਦਾ ਜਿੱਥੋਂ ਮਰਜ਼ੀ ਲੈ ਆਵੇ ਜੀ। ਮੈਂ ਸੋਚਿਆ ਵੀ ਥੋੜ੍ਹਾ ਜਿਹਾ ਉਹਨੇ ਕੰਸਨਟਰੇਟ ਕੀਤਾ, ਅਭਿਆਸ ਕੀਤਾ, ਤੇ ਇੱਥੋਂ ਤੱਕ ਪਹੁੰਚ ਗਿਆ। ਤੇ ਜੇ ਬੰਦਾ ਨਾਮ ਦਾ ਅਭਿਆਸ ਕਰੇ ਤੇ ਕਿੱਥੋਂ ਤੱਕ ਪਹੁੰਚ ਜਾਏ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਬੰਦਾ ਕਿਤੇ ਹੋਰ ਹੀ ਪਹੁੰਚ ਜਾਏ ਜੀ। ਸਭ ਆਉਂਦੇ ਆ ਬੜਿਆਂ ਦੇਸ਼ ਦੇ ਸੂਬਿਆਂ 'ਚੋਂ, ਬੜਿਆਂ ਸੂਬਿਆਂ 'ਚੋਂ ਸ਼ਸਤਰਧਾਰੀ ਆਏ ਜੀ। ਉਹਨਾਂ ਮਹਾਰਾਜ ਨੂੰ ਆਪਣੀ ਵਿਦਿਆ ਵਿਖਾਈ ਜੀ। ਗੁਰੂ ਜੀ ਨੇ ਫਿਰ ਉਹਨਾਂ ਨੂੰ ਇਨਾਮ ਦੇਣੇ ਜੀ। ਹਾਂਜੀ। ਸੰਗਤ ਸਿੱਖ ਦੇਸ਼ ਪਰਦੇਸੀ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਆਉਂਦੀਆਂ ਜੀ। ਆਏ ਨਿਤਾ ਪ੍ਰਤ ਭੀੜ ਵਿਸ਼ੇਸ਼ੀ। ਹਰ ਰੋਜ਼ ਸੰਗਤਾਂ ਆਉਂਦੀਆਂ ਤੇ ਭੀੜਾਂ ਹੀ ਲੱਗੀਆਂ ਰਹਿੰਦੀਆਂ ਜੀ। ਮੱਥਾ ਟੇਕਣ ਵਾਲਿਆਂ ਦਾ ਇਕੱਠ ਰਹਿੰਦਾ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਅਨੇਕ ਕਾਮਨਾ ਪੂਰਨ ਕਰਨੀ। ਹਾਂਜੀ।
ਜਨ ਪਰ ਭੀਰ ਪਰੈ ਸੋ ਹਰਨੀ। ਤੇ ਕਈ ਕਾਮਨਾਵਾਂ ਫਿਰ ਸਾਧ ਸੰਗਤ ਜੀ ਪੂਰੀਆਂ ਵੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਤੇ ਜਨ ਪਰ ਭੀਰ ਪਰਹਿ ਸੋ ਹਰਨੀ, ਜੇ ਕਿਸੇ ਤੇ ਮੁਸ਼ਕਲ ਪੈ ਜਾਣੀ ਤੇ ਸਤਿਗੁਰੂ ਨੇ ਉਹ ਵੀ ਦੂਰ ਕਰਨੀ ਜੀ। ਹਾਂਜੀ, ਬੈਠ ਦੀਵਾਨ ਦਰਸ ਕੋ ਦੇਨਾ। ਦੀਵਾਨ ਲਾ ਕੇ ਸਤਿਗੁਰੂ ਜੀ ਬੈਠਦੇ ਨੇ, ਸੰਗਤਾਂ ਨੂੰ ਸੋਹਣੇ ਦਰਸ਼ਨ ਦਿੰਦੇ ਹਨ। ਲੈਨ ਸਕਲ ਸੁਧ ਹਾਇ ਗਨ ਸੈਨਾ। ਘੋੜਿਆਂ ਸੈਨਿਕਾਂ ਫਿਰ ਸਾਰਿਆਂ ਦੀ ਖਬਰ ਵੀ ਲੈਂਦੇ ਮਹਾਰਾਜ ਜੀ, ਧਿਆਨ ਵੀ ਰੱਖਦੇ ਜੀ। ਹਾਂਜੀ, ਜਹ ਕਹਿ ਮਹਿ ਮਹਿ ਦਾਸਨ ਕਾਜੂ। ਜਿੱਥੇ ਕਿੱਥੇ ਧਰਤੀ ਦੇ ਵਿੱਚ ਕਿਸੇ ਸਿੱਖ ਸੇਵਕ ਦਾ ਕੰਮ ਹੁੰਦਾ ਹੈਗਾ ਜੀ। ਹਾਂਜੀ, ਸਿਮਰੈ ਗੁਰੂ ਗਰੀਬ ਨਿਵਾਜੂ। ਉਹਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਨਾ, ਧਰਤੀ ਤੇ ਕਿਤੇ ਵੀ ਹੋਵੇ ਜੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਸਭ ਥਲ ਜਾਏ ਸਹਾਇਕ ਹੋਣਾ। ਸਾਰੀਆਂ ਥਾਵਾਂ ਤੇ ਫਿਰ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਰਾਖੀ ਕਰਦੇ ਹੈਗੇ ਜੀ। ਮੈਨੂੰ ਕੱਲ ਵੀ ਬੀਬੀ ਗੁਰਬਖਸ਼ ਕੌਰ ਜੀ ਦੱਸ ਰਹੇ ਸਨ, ਤੇ ਮੈਂ ਉਂਝ ਵੀ ਤੁਹਾਨੂੰ ਬੇਨਤੀ ਕਰਦਾ, ਕੱਲ ਵੀ ਉਹ ਦੱਸ ਰਹੇ ਸੀਗੇ ਅਮਰੀਕਾ ਦੀ ਘਟਨਾ ਜੀ। ਉਹ ਲੁਟੇਰੇ ਆਏ ਜੀ, ਬੀਬੀ ਨੂੰ ਲੁੱਟਣ ਲੱਗੇ ਜੀ। ਉਹਨੇ ਕਿਤੇ ਕਥਾ 'ਚ ਸੁਣਿਆ ਸੀ ਵੀ ਇੱਕ ਮੂਲ ਮੰਤਰ ਜਪਿਆ ਗੁਰੂ ਨਾਨਕ ਸਾਹਿਬ ਰਾਖੀ ਕਰਦੇ, ਗੁਰੂ ਕਲਗੀਧਰ ਰਾਖੀ ਕਰਦੇ। ਬਸ ਫਿਰ ਕੀ ਸੀਗਾ ਜੀ, ਉਹ ਬੀਬੀ ਨੇ ਮੂਲ ਮੰਤਰ ਸ਼ੁਰੂ ਕਰਤਾ ਜੀ, ਤੇ ਉਹਨੇ ਕੀਤਾ ਮੂਲ ਮੰਤਰ ਸ਼ੁਰੂ, ਉਹ ਭੱਜ ਗਏ ਜੀ। ਉਹ CCTV ਕੈਮਰੇ ਰਾਹੀਂ ਉਹ ਫੜਿਆ ਵੀ ਗਿਆ ਬਾਅਦ ਵਿੱਚ। ਉਹ ਬੀਬੀ ਨੇ ਪੁੱਛਿਆ ਵੀ ਤੁਸੀਂ ਮੇਰੇ ਵੱਲ ਵੀ ਆ ਰਹੇ ਸੀ ਤੇ ਮੈਨੂੰ ਕਿਉਂ ਨਹੀਂ ਲੁੱਟਿਆ? ਉਹ ਕਹਿੰਦੇ ਆ ਰਹੇ ਹਾਂ ਤੇਰੇ ਵੱਲ, ਪਰ 2 ਬਰਛਿਆਂ ਵਾਲੇ ਲੰਬੇ ਲੰਬੇ ਸਿੰਘ ਖਲੋ ਗਏ ਸੀਗੇ ਤੇਰੇ ਲਾਗੇ। ਬਾਣੀ ਰੱਖਿਆ ਕਰਦੀ ਤੇ ਇੰਜ ਰੱਖਿਆ ਹੁੰਦੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਧਰਤੀ ਤੇ ਜਿੱਥੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਈ ਯਾਦ ਕਰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਉੱਥੇ ਪਹੁੰਚ ਕੇ ਉਹਦੀ ਰਾਖੀ ਕਰਦੇ ਆ ਜੀ। ਹਾਂਜੀ, ਸਭ ਥਲ ਜਾਏ ਸਹਾਇਕ ਹੋਣਾ। ਹਰ ਥਾਂ ਤੇ ਜਾ ਕੇ ਸਹਾਈ ਹੁੰਦੇ। ਕਿੱਥੇ ਕਿੱਥੇ ਸਹਾਈ ਹੁੰਦੇ, ਧਿਆਨ ਨਾਲ ਸੁਣਿਓ। ਭੱਠ ਸਾਹਿਬ ਦਾ ਮੇਲਾ ਚੱਲ ਰਿਹਾ ਹੈ, ਅੱਜ ਵੀ ਉਹ ਭੱਠ ਦੁਨੀਆ ਤੇ ਮੌਜੂਦ ਹੈਗਾ ਜੀ। ਬਾਬਾ ਬਿਧੀ ਚੰਦ ਸਾਹਿਬ ਦੁਸ਼ਾਲੇ ਲੈ ਕੇ ਆਏ ਜੀ। ਹਾਂਜੀ, ਪਿੱਛੇ ਸੈਨਾ ਲੱਗ ਗਈ ਜੀ, ਫੌਜਾਂ ਲੱਗ ਗਈਆਂ। ਪੱਟੀ ਦੇ ਨਵਾਬ ਕੋਲੋਂ ਲੈ ਆਂਦੇ ਜੀ, ਹੈ ਗੁਰਸਿੱਖਾਂ ਦੇ ਸੀਗੇ ਜੀ। ਉਹਨੇ ਖੋਲੇ ਸੀਗੇ ਜੀ। ਤੇ ਚਲਦਿਆਂ 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 ਲੁਕਣ ਦੀ ਜਦੋਂ ਥਾਂ ਲੱਭੀ ਨਾ ਜੀ, ਤੇ ਉੱਥੇ ਭੱਠਾ ਬਲ ਰਿਹਾ ਸੀਗਾ, ਦਾਣੇ ਭੁੰਨ ਰਿਹਾ ਸੀਗਾ ਜੀ। ਉਹ ਤੇ ਉਹ ਉੱਚਾ ਹੁੰਦਾ ਜੀ। ਤੇ ਉਹਨੂੰ ਪੁੱਛਿਆ ਭੱਠੇ ਵਾਲੇ ਨੂੰ ਵੀ ਕੋਈ ਲੁਕਣ ਵਾਸਤੇ ਥਾਂ ਹੈਗੀ ਹੈ? ਉਹ ਕਹਿੰਦਾ ਵੀ ਮੇਰੇ ਕੋਲ ਤੇ ਆ ਭੱਠਾ ਹੀ ਹੈਗਾ ਜੀ। ਤੇ ਭੱਠਾ ਬਲ ਰਿਹਾ ਜੀ। ਤੇ ਬਾਬਾ ਬਿਧੀ ਚੰਦ ਸਾਹਿਬ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਤੇ ਬਲਦੇ ਭੱਠ 'ਚ ਬੈਠੇ ਜੀ। ਸੌਖੀ ਗੱਲ ਨਹੀਂ ਹੈਗੀ ਜੀ। ਮੈਂ ਕਹਿੰਦਾ ਭਰੋਸਾ ਨਹੀਂ ਹੈਗਾ, ਗੈਸ ਚਲਾਓ ਤੇ ਲਾਓ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਤੇ ਕਰੋ ਹੱਥ ਅੱਗੇ, ਕਿਸੇ ਨੇ ਨਹੀਂ ਕਰਨਾ। ਸਾੜਨਾ ਹੱਥ ਹੈ। ਨਾਲੇ ਕੁਝ ਉਹ ਮੌਕਾ ਹੁੰਦਾ ਸਾਧ ਸੰਗਤ ਜੀ, ਮੌਕਾ ਹੁੰਦਾ ਜੀ। ਭੱਠ ਬਲਦਾ ਰਿਹਾ ਜੀ, ਭੱਠ ਬਲਦਾ ਰਿਹਾ ਜੀ। ਸੈਨਿਕ ਆਏ ਲੱਭਦੇ, ਭੱਠੇ ਵਾਲੇ ਨੂੰ ਪੁੱਛਦੇ ਵੀ ਉਹ ਕਿੱਥੇ ਲੁਕਿਆ? ਕਹਿੰਦਾ ਮੇਰੇ ਕੋਲ ਤੇ ਭੱਠਾ ਹੀ ਹੈਗਾ ਆ। ਉਹਨਾਂ ਸੋਚਿਆ ਵੀ ਭੱਠ 'ਚ ਤੇ ਕੋਈ ਬਹਿ ਹੀ ਨਹੀਂ ਸਕਦਾ ਬਲਦੇ 'ਚ। ਉਹ ਚਲੇ ਗਏ ਜੀ। ਤੇ ਕੁਝ ਸਮੇਂ ਦੇ ਬਾਅਦ ਬਾਬਾ ਬਿਧੀ ਚੰਦ ਜੀ ਬਲਦੇ ਭੱਠ ਵਿੱਚ ਬੈਠੇ ਸਾਧ ਸੰਗਤ ਜੀ ਬਾਹਰ ਆਏ ਜੀ। ਸ਼ਬਦ ਪੜਿਆ ਸੀ ਉਰੋਂ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ। ਗੁਰੂ ਹਰਗੋਬਿੰਦ ਸਾਹਿਬ ਭਾਈ ਕੀ ਡਰੌਲੀ ਸਨ ਬਾਬਾ ਸਾਈਂ ਦਾਸ ਜੀ ਦੇ ਘਰ। ਉੱਥੇ ਉਹ ਖੂਹ ਅੱਜ ਵੀ ਹੈਗਾ ਜੀ। ਮਹਾਰਾਜ ਉਸ ਖੂਹ ਦੇ ਵਿੱਚੋਂ ਗੁਰਸਿੱਖਾਂ ਨੂੰ ਕਹਿੰਦੇ ਪਾਣੀ ਕੱਢੋ ਤੇ ਸਾਡੇ ਸਰੀਰ ਤੇ ਪਾਈ ਜਾਓ। ਗੁਰਸਿੱਖ ਪਾਣੀ ਕੱਢੀ ਗਏ ਤੇ ਮਹਾਰਾਜ ਦੇ ਸਰੀਰ ਤੇ ਪਾਏ ਗਏ, ਉਂਝ ਹੀ ਝੋਲੇ ਸਮੇਤ ਜੀ। ਹੁਣ ਕੀ ਆ,
ਵੇਖਣ ਨੂੰ ਮਹਾਰਾਜ ਭਾਈ ਕੀ ਡਰੋਲੀ ਬੈਠੇ ਆ, ਪਰ ਅੰਤਰਾਤਮੇ ਸਤਿਗੁਰੂ ਪੱਟੀ ਵਿੱਚ ਬਲਦੇ ਭੱਠ 'ਚ ਬਾਬਾ ਬਿਧੀ ਚੰਦ ਜੀ ਦੀ ਰਾਖੀ ਕਰ ਰਹੇ ਨੇ ਜੀ। ਸੱਚੀ ਘਟਨਾ ਹੈ ਜੀ। ਇਹਦੇ ਤੋਂ ਵੱਡਾ ਕੋਈ ਭਰੋਸਾ ਹੀ ਨਹੀਂ ਹੋ ਸਕਦਾ ਜੀ। ਮੈਂ ਸਮਝਦਾ ਹਾਂ ਸਾਧ ਸੰਗਤ ਜੀ, ਇੱਥੇ ਭਰੋਸੇ ਦੀ ਹੱਦ ਮੁੱਕ ਗਈ ਜੀ। ਇਹਦੇ ਤੋਂ ਵੱਧ ਕੀ ਕੋਈ ਭਰੋਸਾ ਕਰੇਗਾ ਜੀ। ਆਪਣੇ ਸਤਿਗੁਰੂ ਦਾ ਲਿਆ ਨਾਮ, ਸਿੱਧਾ ਸਾਹਮਣੇ ਮੌਤ ਹੈਗੀ, ਅੱਗ ਹੈਗੀ ਜੀ। ਬਾਬਾ ਬਿਧੀ ਚੰਦ ਜੀ ਬੈਠ ਗਏ ਜੀ। ਕਮਾਲ ਦੀ ਗੱਲ ਹੈ, ਉਸ ਅੱਗ ਵਿੱਚ ਕੱਪੜੇ ਵੀ ਸੜਨੇ ਸੀਗੇ ਜੀ, ਦੁਸ਼ਾਲੇ ਵੀ ਸੜ ਜਾਣੇ ਸੀ, ਪਰ ਨਾ ਦੁਸ਼ਾਲੇ ਸੜੇ ਤੇ ਨਾ ਬਾਬਾ ਜੀ ਦੇ ਹੀ ਕੱਪੜੇ ਸੜੇ ਜੀ। ਉਂਝ ਹੀ ਬਾਹਰ ਆ ਗਏ ਜੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੋ ਭਾਈ ਸਾਹਿਬ ਕਹਿੰਦੇ ਆ, ਸਭ ਥਲ ਜਾਏ ਸਹਾਇਕ ਹੋਣਾ। ਹਾਂਜੀ, ਨਿਜ ਜਨ ਕੋ ਦਿਖਾਏ ਕਬ ਭਾਉ ਨਾ। ਸੱਚੇ ਪਾਤਸ਼ਾਹ ਆਪਣੇ ਸੇਵਕ ਨੂੰ ਕਦੀ ਡਰ ਨਹੀਂ ਵੇਖਣ ਦਿੰਦੇ ਜੀ, ਦੁੱਖ ਦਾ ਸਮਾਂ ਨਹੀਂ ਵੇਖਣ ਦਿੰਦੇ ਜੀ। ਹਾਂਜੀ, ਵਹਿਰ ਅਖੇਰ ਬ੍ਰਿਤ ਕਬ ਜਾਵੇ। ਕਦੀ ਕਦੀ ਸਤਿਗੁਰੂ ਬਾਹਰ ਸ਼ਿਕਾਰ ਖੇਡਣ ਵੀ ਜਾਂਦੇ ਗੁਰੂ ਹਰਗੋਬਿੰਦ ਸਾਹਿਬ। ਕਾਨਨ ਮੈਂ ਜੀਵਨ ਕੋ ਘਾਵੇ। ਤੇ ਜੰਗਲ ਦੇ ਜੀਵਾਂ ਦਾ ਜਾ ਕੇ ਉਧਾਰ ਕਰਦੇ ਸੱਚੇ ਪਾਤਸ਼ਾਹ। ਹਾਂਜੀ, ਸ਼ਲਖ ਤੁਫੰਗਨ ਗਨ ਕੀ ਹੋਏ। ਬੰਦੂਕਾਂ ਦੇ ਨਾਲ ਵਾਰ ਕਰਦੇ ਮਹਾਰਾਜ। ਹਾਂਜੀ, ਮੰਗਲ ਨਾਨਾ ਸਮੇਂ ਸੋ ਦੋਏ। ਤੇ ਦੋਵੇਂ ਸਮੇਂ ਖੁਸ਼ੀਆਂ ਹੀ ਖੇੜੇ ਜੀ। ਸਵੇਰੇ ਸ਼ਾਮ, ਦਿਨ ਰਾਤ, ਖੁਸ਼ੀਆਂ ਹੀ ਖੁਸ਼ੀਆਂ ਸਤਿਗੁਰੂ ਦੀ ਹਜ਼ੂਰੀ 'ਚ। ਹਾਂਜੀ, ਕਰ ਹੈ ਸੁਧਾਸਰ ਮੱਜਨ ਜਾਏ। ਅੰਮ੍ਰਿਤਸਰ ਸਰੋਵਰ ਵਿੱਚ ਸੱਚੇ ਪਾਤਸ਼ਾਹ ਇਸ਼ਨਾਨ ਵੀ ਕਰਨ ਜਾਂਦੇ ਜੀ। ਹਾਂਜੀ, ਸ਼੍ਰੀ ਹਰਮੰਦਰ ਦਰਸ਼ਨ ਪਾਏ। ਫਿਰ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਬੰਦਤ ਕਰੈ ਪਰਕਰਮਾ ਚਾਰ। ਨਮਸਕਾਰ ਕਰਕੇ 4 ਪਰਿਕਰਮਾ ਕਰਦੇ ਹਰਿਮੰਦਰ ਸਾਹਿਬ ਦੀਆਂ ਜੀ। ਹੁਣ ਤਾਂ ਕਹਿੰਦੇ ਇੱਕ ਵੀ ਨਾ ਕਰੋ ਜੀ, 4 ਪਰਿਕਰਮਾ ਮਹਾਰਾਜ ਕਰਦੇ ਜੀ। ਹਾਂਜੀ, ਅਲਪ ਸਮੇਂ ਬੈਠੇ ਦਰਬਾਰ। ਥੋੜਾ ਸਮਾਂ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਬੈਠਦੇ ਆ। ਵੇਖ ਲਓ, ਬੜੇ ਭਾਗਾਂ ਵਾਲੀ ਜਗ੍ਹਾ ਜੀ ਹਰਿਮੰਦਰ ਸਾਹਿਬ, ਜਿੱਥੇ ਗੁਰੂ ਜੀ ਆਮ ਸੰਗਤਾਂ ਵਿੱਚ ਜਾ ਕੇ ਬੈਠਦੇ ਆ ਕਿ ਜੀ। ਹਾਂਜੀ, ਅਦਬ ਨਾ ਰਹਿ ਥਿਰੈ ਚਿਰ ਕਾਲੂ। ਹਾਂਜੀ, ਇਮ ਲੱਖ ਕਰ ਉਠ ਆਏ ਕਿਰਪਾਲੂ। ਆਖੋ ਵਾਹਿਗੁਰੂ। ਹਰਿਮੰਦਰ ਸਾਹਿਬ ਜਾ ਕੇ ਬੰਦਾ ਆਪਣੇ ਆਪ ਨੂੰ ਮੱਥਾ ਟਿਕਾਉਣ ਤੋਂ ਗੁਰੇਜ਼ ਕਰੇ ਜੀ। ਖੁਦ ਗੁਰੂ ਹਰਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਜਾਂਦੇ ਆ, ਸਿੱਖ ਉਹਨਾਂ ਨੂੰ ਮੱਥਾ ਟੇਕਦੇ ਆ। ਮਹਾਰਾਜ ਕਹਿੰਦੇ ਹਰਿਮੰਦਰ ਸਾਹਿਬ ਦਾ ਅਦਬ ਨਹੀਂ ਹੈਗਾ। ਸਤਿਗੁਰੂ ਬਾਹਰ ਆ ਜਾਂਦੇ ਆ ਜੀ। ਹਾਂਜੀ, ਤਖਤ ਅਕਾਲ ਵਿਸਾਲ ਸਥਾਨ। ਸਤਿਗੁਰੂ ਤੇ ਮਾਲਕ ਨੇ, ਉਹਨਾਂ ਨੂੰ ਤੇ ਮੱਥਾ ਟੇਕਣਾ ਹੀ ਹੈ ਜੀ। ਪਰ ਮਹਾਰਾਜ ਹਰਿਮੰਦਰ ਸਾਹਿਬ ਨਹੀਂ ਮਨਜ਼ੂਰ ਕਰਦੇ। ਸਤਿਗੁਰੂ ਬਾਹਰ ਅਕਾਲ ਤਖਤ ਸਾਹਿਬ ਆ ਕੇ ਬੈਠਦੇ ਆ। ਹਾਂਜੀ, ਬੈਠੇ ਗੁਰੂ ਲਗਾਏ ਦੀਵਾਨ। ਸਤਿਗੁਰੂ ਜੀ ਬੈਠਦੇ ਆ, ਦੀਵਾਨ ਲੱਗਦਾ ਹੈ। ਸੰਧਿਆ ਭਏ ਮਹਿਲ ਨਿਜ ਜਾਵੇ। ਜੋਧੇ ਸ਼ਸਤਰਧਾਰੀ ਸੂਰਮੇ ਆਉਂਦੇ ਆ। ਸ਼ਾਮ ਨੂੰ ਮਹਾਰਾਜ ਗੁਰੂ ਕੇ ਮਹਿਲਾਂ 'ਚ ਚਲੇ ਜਾਂਦੇ ਆ। ਤਹ ਦਮੋਦਰੀ ਸੇਵ ਕਮਾਵੇ। ਮਾਤਾ ਦਮੋਦਰੀ ਜੀ ਉੱਥੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੀ ਸੇਵਾ ਕਰਦੇ ਆ। ਗਨ ਦਾਸੀ ਕੋ ਵਰਜਨ ਕਰੈ। ਬਾਕੀ ਸਭ ਦਾਸੀਆਂ ਨੂੰ ਰੋਕ ਦਿੰਦੇ ਆ, ਮੇਰੇ ਸਤਿਗੁਰੂ ਆਏ, ਮੈਂ ਹੱਥੀਂ ਸੇਵਾ ਕਰਨੀ ਹੈ। ਹਾਂਜੀ, ਨਿਜ ਕਰਤੇ ਸੇਵਨ ਰੁਚ ਧਰੈ। ਮਾਤਾ ਜੀ ਨਾ ਬੜੇ ਅਦਬ ਨਾਲ ਆਪਣੇ ਹੱਥਾਂ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ 'ਚ ਲੱਗਦੇ ਜੀ। ਧਿਆਨ ਨਾਲ ਸੁਣਿਓ ਮਾਤਾ ਜੀ ਸੇਵਾ ਕਿਵੇਂ ਕਰਦੇ ਜੀ। ਹਾਂਜੀ, ਨੀਰ ਪਖਾਰੈ ਪਦ ਅਰਬਿੰਦ। ਮਾਤਾ ਜੀ ਸਤਿਗੁਰੂ ਜੀ ਦੇ ਚਰਨਾਂ ਨੂੰ ਜਲ ਨਾਲ ਧੋਂਦੇ ਨੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਉਂਝ ਗੁਰੂ ਹਰਗੋਬਿੰਦ ਸਾਹਿਬ ਪਤੀ ਵੀ ਨੇ ਤੇ ਸਤਿਗੁਰੂ ਵੀ ਨੇ ਜੀ, 2 ਰਿਸ਼ਤੇ ਆ ਜੀ। ਪਰ ਜੇ ਕੋਈ ਪਤਨੀ ਆਪਣੇ ਪਤੀ ਦੀ ਇੰਜ ਸੇਵਾ ਕਰੇਗੀ ਤੇ ਕੋਈ ਘਾਟਾ ਨਹੀਂ ਹੈਗਾ ਜੀ, ਵਾਧਾ ਹੀ ਹੈਗਾ ਜੀ। ਉਹ ਕੀ ਵਰਤਤ ਕਹੇਗੀ ਰੱਖ ਲਾਂਗੀ, ਪਰ ਮੈਂ ਸੇਵਾ ਨਹੀਂ ਤੇਰੀ ਇਸ ਤਰ੍ਹਾਂ ਦੀ ਕਰਨੀ ਜੀ। ਬੜੇ ਪਿਆਰ ਨਾਲ ਮਾਤਾ ਜੀ ਸਤਿਗੁਰੂ ਜੀ ਦੇ ਚਰਨ ਧੋਂਦੇ ਨੇ ਜੀ। ਹਾਂਜੀ, ਪੁੱਛ ਹੈ ਪਟ ਸੋ ਪ੍ਰੇਮ ਬਿਲੰਦ। ਵਾਹ ਜੀ ਵਾਹ, ਬੜੀ ਵੱਡੀ ਸੇਵਾ ਮਾਤਾ ਜੀ ਨੂੰ ਮਿਲਦੀ। ਮਾਤਾ ਜੀ ਫਿਰ ਕੱਪੜੇ ਨਾਲ ਮਹਾਰਾਜ ਦੇ ਚਰਨ ਸਾਫ਼ ਵੀ ਕਰਦੇ, ਪੂੰਝਦੇ ਆ ਜੀ।
ਹਾਂਜੀ। ਲਏ ਬੀਜ ਨਾ ਹਾਂਕਤ ਪਾਉਣ। ਹੱਥ ਵਿੱਚ ਪੱਖਾ ਲੈ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਜੀ ਪੱਖਾ ਝੱਲਣ ਦੀ ਸੇਵਾ ਕਰਦੇ ਆ ਜੀ। ਕਿਹੜੇ ਮਾਤਾ ਜੀ ਭਲਾ? ਮਾਤਾ ਦਮੋਦਰੀ ਜੀ। ਹਾਂਜੀ। ਚਾਂਪੀ ਕਰੈ ਚਰਨ ਜੁਗ ਲਾਉਣ। ਤੇ ਮਹਾਰਾਜ ਜੀ ਦੇ ਚਰਨਾਂ ਦੀ ਨਾ ਜੀ ਫਿਰ ਮੁੱਠੀ ਚਾਪੀ ਵੀ ਕਰਦੇ ਆ ਜੀ। ਅੱਜ ਕੱਲ ਦੀ ਕੋਈ ਬੀਬੀ ਕਰਦੀ ਜੀ? ਆਖੋ ਵਾਹਿਗੁਰੂ। ਇਹ ਭਾਈ ਯਾਦਵਿੰਦਰ ਸਿੰਘ ਹੱਸ ਰਹੇ ਨੇ ਜੀ। ਨਹੀਂ ਕਰਦੀਆਂ ਜੀ। ਉਹ ਹੋਰ ਹੀ ਕੰਮ ਨਹੀਂ ਮੁੱਕਦੇ ਜੀ ਉਹਨਾਂ ਨੂੰ। ਸਾਧ ਸੰਗਤ ਜੀ ਕੋਈ ਪ੍ਰਾਪਤੀ ਹੋਏਗੀ, ਸਿੱਖੀ ਕੱਟੜਤਾ ਤੇ ਸਿਖਾਉਂਦੀ ਨਹੀਂ ਹੈਗੀ ਜੀ। ਹਾਂਜੀ। ਇਤਿਆਦਿਕ ਸੇਵਾ ਕਰ ਸਾਰੀ। ਇਸ ਤਰੀਕੇ ਦੇ ਨਾਲ ਮਾਤਾ ਜੀ ਹੱਥੀਂ ਸਤਿਗੁਰੂ ਜੀ ਦੀ ਆਪਣੇ ਪਤੀ ਪਰਮੇਸ਼ਰ ਦੀ ਸੇਵਾ ਕਰਦੀਆਂ ਨੇ। ਕਰਹਿ ਪ੍ਰਸੰਨ ਰਹਿ ਅਨੁਸਾਰੀ। ਤੇ ਸਦਾ ਹੀ ਮਹਾਰਾਜ ਨੂੰ ਪ੍ਰਸੰਨ ਰੱਖਦੇ ਨੇ ਮਾਤਾ ਜੀ। ਹਾਂਜੀ। ਕਬ ਕਬ ਮਾਤ ਗੰਗ ਟਿਕ ਜਾਹੇ। ਹਾਂਜੀ। ਵਿਵਹਾਰਨ ਕੀ ਬਾਤ ਉਮਾਹੇ। ਕਦੀ ਕਦੀ ਫਿਰ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਕੋਲ ਵੀ ਜਾਂਦੇ ਆ ਤੇ ਵਿਵਹਾਰ ਦੀਆਂ ਗੱਲਾਂ ਕਰਦੇ ਆ ਜੀ। ਮਾਤਾ ਜੀ ਨੂੰ ਸੰਸਾਰ ਦੇ ਵਿਵਹਾਰ ਦੇ ਬਚਨ ਵਿਲਾਸ ਕਰਦੇ ਆ। ਹਾਂਜੀ। ਸੁਤ ਸੁੰਦਰ ਕੋ ਪਿਖ ਹਰ ਖੰਤੀ। ਮਾਤਾ ਗੰਗਾ ਜੀ ਆਪਣੇ ਸੋਹਣੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤੇ ਖੁਸ਼ ਹੁੰਦੇ ਨੇ ਜੀ। ਜੋਧਾ ਬਲੀ ਬਡੋ ਪਰਖੰਤੀ। ਫਿਰ ਮਾਤਾ ਜੀ ਪਰਖਦੇ ਵੀ ਆ ਵੀ ਦਿਨੋਂ ਦਿਨ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੱਧ ਰਿਹਾ। ਵੱਡੇ ਯੋਧੇ ਨੇ, ਸੂਰਮੇ ਨੇ ਇਹ। ਹਾਂਜੀ। ਬਾਹੋ ਸਨੇ ਤੇ ਕਰੇ ਉਚਾਰਨ। ਮਧੁਰ ਬਚਨ ਸੁਤ ਕੇ ਅਨੁਸਾਰ। ਤੇ ਮਾਤਾ ਜੀ ਫਿਰ ਗੱਲਾਂ ਕਰਦੇ ਬੜੇ ਪਿਆਰ ਨਾਲ ਜੀ। ਅਸਲ ਵਿੱਚ ਸਾਧ ਸੰਗਤ ਜੀ ਜਿਵੇਂ ਗੁਰੂ ਸਾਹਿਬ ਪਰਿਵਾਰ ਵਿੱਚ ਵਿਚਰਦੇ ਆ, ਹਰ ਬੰਦੇ ਨੂੰ ਉਵੇਂ ਵਿਚਰਨਾ ਆ ਜੇ ਤੇ ਕਲੇਸ਼ ਮੁੱਕ ਜਾਣ ਜੀ ਪਰਿਵਾਰ ਵਿੱਚ ਜੀ। ਮਾਤਾ ਜੀ ਨੂੰ ਕਿੰਨਾ ਸਮਾਂ ਦੇ ਰਹੇ ਜੀ ਤੇ ਪੁੱਤ ਮਾਂ ਨੂੰ ਸਮਾਂ ਹੀ ਨਾ ਦੇਵੇ, ਕਾਹਦਾ ਪੁੱਤ ਹੈਗਾ ਜੀ ਉਹ। ਹਾਂਜੀ। ਇਮ ਜਬ ਬੀਤਿਓ ਕੇਤਿਕ ਕਾਲ। ਇਸ ਤਰੀਕੇ ਦੇ ਨਾਲ ਕਾਫੀ ਸਮਾਂ ਲੰਘ ਗਿਆ। ਗੰਗ ਮਾਤ ਨੇ ਸੁਧ ਸੰਭਾਲ। ਤੇ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਸਮਾਂ ਯਾਦ ਕੀਤਾ ਜੀ। ਹਾਂਜੀ। ਬਾਕ ਸਫਲ ਬੜ ਗੁਰ ਕੋ ਭਇਓ। ਸੋ ਕਰ ਗ੍ਰੰਥ ਬਿਖੈ ਲਿਖ ਦਇਓ। ਆਖੋ ਵਾਹਿਗੁਰੂ ਵਾਹਿਗੁਰੂ। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੱਚਾ ਹੋ ਗਿਆ ਜੀ। ਬਚਨ ਗੁਰੂ ਅਰਜਨ ਸਾਹਿਬ ਜੀ ਦਾ ਸੱਚਾ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਬਚਨ ਲਿਖਿਆ ਜੀ। ਵਧੀ ਵੇਲ ਬਹੁ ਪੀੜੀ ਚਾਲੀ। ਧਰਮ ਕਲਾ ਹਰ ਗ੍ਰੰਥ ਬਹਾਲੀ। ਬੰਧਨ ਬਿਹਾਲੀ। ਹਾਂਜੀ। ਅਬ ਲਾਓ ਪੁੱਤਰ ਨਹੀਂ ਉਪਜਿਓ। ਪਰ ਅਜੇ ਤੱਕ ਛੇਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਕਿਸੇ ਸਾਹਿਬਜ਼ਾਦੇ ਦਾ ਜਨਮ ਨਹੀਂ ਹੋਇਆ। ਨਹੀਂ ਬਿਲੋਚਨ ਮੈਂ ਪਿਖ ਲਾਇਓ। ਮੈਂ ਪੋਤਰੇ ਨੂੰ ਵੇਖਣਾ। ਬੇਬੀਆਂ 'ਚ ਵੀ ਹੁੰਦਾ ਜੀ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਜੀ। ਦਾਦੀ ਜਿਹੜੀ ਹੈ ਨਾ ਉਹ ਪੋਤਰੇ ਨੂੰ ਜਾਂ ਪੋਤਰੀ ਨੂੰ ਜਦੋਂ ਖਿਡਾਉਂਦੀ ਹੈ ਨਾ ਆਪਣੀ ਗੋਦ 'ਚ, ਉਹਨੂੰ ਹੀ ਪਤਾ ਹੈ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਜੀ। ਦੂਜੇ ਨਹੀਂ ਅੰਦਾਜ਼ਾ ਲਾ ਸਕਦੇ। ਹਾਂਜੀ। ਨਹੀਂ ਕਾਮਨਾ ਪੂਰਨ ਹੋਈ। ਜਬ ਲੋ ਸੁਤ ਕੋ ਸੁਤ ਨਹਿ ਜੋਈ। ਤੇ ਕਹਿਣ ਲੱਗੀ ਵੀ ਮੈਂ ਵੀ ਪੋਤਰਾ ਵੇਖਣਾ। ਹਾਂਜੀ। ਕੇਤਿਕ ਦਿਨ ਲੋ ਚਿਤਵਤ ਰਹੀ। ਇੱਕ ਦਿਨ ਗੁਰੂ ਪੁੱਤਰ ਸੋ ਕਹੀ। ਹਾਂਜੀ। ਸਫਲ ਬਾਕ ਨਿਤ ਪਿਤਾ ਤੁਮਾਰੇ। ਹਾਂਜੀ। ਬੰਸ ਵਧਾਵਨ ਹੇਤ ਉਚਾਰੇ। ਤੇ ਹੁਣ ਮਾਤਾ ਜੀ ਸੋਚਦੇ ਵੀ ਮਹਾਰਾਜ ਨੂੰ ਆਖਣਾ ਕਿਵੇਂ ਹੈ। ਤੇ ਫਿਰ ਮਾਤਾ ਜੀ ਬੜੇ ਪ੍ਰੇਮ ਨਾਲ ਕਹਿੰਦੇ ਮਹਾਰਾਜ ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਬਚਨ ਕੀਤਾ ਵਧੀ ਵੇਲ ਬਹੁ ਪੀੜੀ ਚਾਲੀ। ਧਰਮ ਕਲਾ ਹਰ ਬੰਦ ਬਹਾਲੀ। ਸਾਡੀ ਪੀੜੀ ਵੀ ਅੱਗੇ ਚੱਲਣੀ ਚਾਹੀਦੀ ਹੈ। ਵੇਖੋ ਨਾ ਜੀ, ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਹਾਂਜੀ। ਤਿੰਨ ਪਰ ਹੈ ਮੇਰੋ ਵਿਸਵਾਸੀ। ਵੱਡੋ ਬੰਸ ਜਗ ਬਿਖੈ ਪ੍ਰਕਾਸ਼ੇ। ਤੇ ਮੈਨੂੰ ਮਹਾਰਾਜ ਦੇ ਬਚਨਾਂ ਤੇ ਭਰੋਸਾ ਤੇ ਬਾਣੀ 'ਚ ਉਹ ਬਚਨ ਲਿਖੇ ਗਏ ਆ ਸਾਡੇ ਸੋਢੀਆਂ ਦੀ ਕੁੱਲ ਬੜੀ ਵੱਡੀ ਹੋਣੀ ਕਹਿਣ ਲੱਗੇ। ਹਾਂਜੀ। ਤਉ ਏਕ ਚਿੰਤਾ ਚਿਤ ਧਾਰੋ। ਤੁਮ ਸੁਤ ਹੋਏ ਮੈਂ ਨੈਣ ਨਿਹਾਰੋ। ਤੇ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ
ਮੈਨੂੰ ਪੋਤਰਾ ਸਾਹਿਬ ਦੇ ਦਰਸ਼ਨ ਕਰਾਓ, ਕਿਰਪਾ ਕਰੋ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਨਿਜ ਸੁਤ ਕੋ ਦਿਖਰਾਵਨ ਕਰੀਐ, ਸੁਣ ਬੋਲੇ ਸੁਨ ਬੋਲੇ ਸ੍ਰੀ ਹਰਗੋਬਿੰਦ। ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਹਿਜ ਸੁਭਾਅ ਬਚਨ ਕੀਤਾ। ਪੂਰਾ ਹੈ ਸਤਿਗੁਰ ਆਸਾ ਬ੍ਰਿੰਦ। ਮਾਤਾ ਜੀ ਗੁਰੂ ਨਾਨਕ ਸਾਹਿਬ ਤੁਹਾਡੀ ਆਸ ਪੂਰੀ ਕਰਨਗੇ, ਕਹਿਣ ਲੱਗੇ। ਹਾਂਜੀ। ਤੁਮ ਹੋ ਬੜੇ ਆਸ਼ਿਕਾ ਦੇਹੂ, ਤੁਸੀਂ ਆਸ਼ੀਰਵਾਦ ਦਿਓ, ਤੁਸੀਂ ਵੱਡੇ ਜੇ, ਕਹਿਣ ਲੱਗੇ। ਹਾਂਜੀ। ਬਧੈ ਬੰਸ ਲੀਜੈ ਸੁਖ ਏਹੂ। ਇਹ ਵੰਸ਼ ਵਧੇ ਫੁੱਲੇ, ਗੁਰੂ ਰਾਮਦਾਸ ਜੀ ਦੀ ਕੁੱਲ ਹੈ, ਇਹ ਵਧੇ ਫੁੱਲੇ। ਹਾਂਜੀ। ਕੇਤਿਕ ਦਿਨ ਮੈਂ ਪੁੱਤਰ ਨਿਹਾਰੋ, ਪੁਰਹੋ ਮਨੋਰਥ ਆਨੰਦ ਧਾਰੋ। ਤੇ ਕਹਿਣ ਲੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਕਹਿੰਦੇ ਆਪਾਂ ਅਰਦਾਸ ਬੇਨਤੀ ਕਰੀਏ ਤੇ ਤੁਸੀਂ ਕੁਝ ਸਮੇਂ ਬਾਅਦ ਪੋਤਰਾ ਸਾਹਿਬ ਦੇ ਦਰਸ਼ਨ ਕਰੋ। ਅਰਦਾਸ ਬੇਨਤੀ ਦੀ ਮਰਿਆਦਾ ਹੈ ਸਾਧ ਸੰਗਤ ਜੀ। ਤੇ ਸਾਧ ਸੰਗਤ ਜੀ ਇਸ ਤਰੀਕੇ ਨਾਲ ਫਿਰ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਤੇ ਇਹਦੇ ਤੋਂ ਅੱਗੇ ਨਾਲ ਹੀ ਸਾਧ ਸੰਗਤ ਜੀ ਫਿਰ ਦੂਸਰਾ ਵਿਆਹ ਦੀ ਤਿਆਰੀ ਹੋ ਜਾਣੀ ਜੀ। ਕਈ ਵਿਚਾਰੇ ਬੜੇ ਦੁਖੀ ਸੁਖੀ ਹੋਣਗੇ, ਲਓ ਜੀ ਇਹ ਕਿਹੜੀ ਗੱਲ ਕਰ ਦਿੱਤੀ ਜੀ। ਸਾਧ ਸੰਗਤ ਜੀ ਇਹ ਤਾਂ ਉਦੋਂ ਹੀ ਹੋ ਗਏ ਸੀਗੀਆਂ 3 ਸਗਾਈਆਂ ਜੀ, ਜਦੋਂ ਚੰਦੂ ਦੀ ਧੀ ਦਾ ਨਾਤਾ ਤੋੜਿਆ ਜੀ ਮਹਾਰਾਜ ਨੇ। 3 ਗੁਰਸਿੱਖ ਉੱਠ ਕੇ ਖਲੋ ਗਏ ਸੀਗੇ, ਮਹਾਰਾਜ ਮੇਰੀ ਬੱਚੀ ਹਾਜ਼ਰ, ਮਹਾਰਾਜ ਮੇਰੀ ਹਾਜ਼ਰ, ਮਹਾਰਾਜ ਮੇਰੀ ਵੀ ਹਾਜ਼ਰ ਹੈ। ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀਆਂ ਅਰਦਾਸਾਂ ਨੂੰ ਪ੍ਰਵਾਨ ਕੀਤਾ ਜੀ। ਸੋ ਹੁਣ ਮਾਤਾ ਜੀ ਨੇ ਅੱਗੋਂ ਬੇਨਤੀ ਕਰਨੀ ਹੈ ਕਿ ਮਹਾਰਾਜ ਉਹ ਸਿੱਖ ਬਾਰ-ਬਾਰ ਬੇਨਤੀਆਂ ਕਰ ਰਹੇ ਨੇ। ਛੋਟੀ ਗੱਲ ਨਹੀਂ, ਬੜੇ ਵੱਡੇ ਭਾਗ ਹੋਣਗੇ ਉਹਨਾਂ ਰੂਹਾਂ ਦੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦਾ ਮੌਕਾ ਮਿਲਿਆ ਜੀ। ਸਤਿਗੁਰੂ ਜੀ ਦੀ ਪਤਨੀ ਧੰਨ ਮਾਤਾ ਦਮੋਦਰੀ ਜੀ, ਧੰਨ ਮਾਤਾ ਮਰਵਾਹੀ ਜੀ ਤੇ ਧੰਨ ਮਾਤਾ ਨਾਨਕੀ ਜੀ। ਵੇਖੋ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਜੀ। ਕਿੱਡੀ ਵੱਡੀ ਗੱਲ ਹੈ ਜੀ, ਇਹ ਕਿਤੇ ਛੋਟੀ ਗੱਲ ਹੈ ਜੀ। ਗੁਰੂਆਂ ਦੇ ਗੁਰੂ ਵੱਡੇ ਮਹਾਰਾਜ ਧਰਮ ਧੁਰੰਤਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਜੀ ਮਾਤਾ ਨਾਨਕੀ ਜੀ। ਹਾਂਜੀ। ਤੇ ਇਹ ਤਾਂ ਬਚਨ ਪੂਰੇ ਹੋਣੇ ਸਨ ਸਾਧ ਸੰਗਤ ਜੀ। ਸੋ ਇਹਦੇ ਤੋਂ ਅੱਗੇ ਆਪਾਂ ਕਥਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਜਿਵੇਂ ਮਹਾਰਾਜ ਨੂੰ ਭਾਇਆ ਸੱਚੇ ਪਾਤਸ਼ਾਹ ਜੀ ਨੂੰ, ਉਵੇਂ ਸਰਵਣ ਕਰਾਂਗੇ। ਹੁਣ ਆਪਾਂ ਕੁਝ ਸਮਾਂ ਨਾਮ ਅਭਿਆਸ ਕਰੀਏ। ਐ ਲੱਕ ਸਿੱਧੇ ਕਰੋ ਪ੍ਰੇਮ ਨਾਲ ਤੇ ਕੁਝ ਸਮਾਂ ਗੁਰਮੰਤਰ ਦਾ ਜਾਪ ਕਰਕੇ ਫਿਰ ਦਾਸ ਖਿਮਾ ਮੰਗੇਗਾ। ਪਿਆਰ ਨਾਲ ਸਾਰੀ ਸੰਗਤ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, ਜਪ ਵਾਹਿਗੁਰੂ, ਗੱਜ ਕੇ ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ,
ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ, ਨਾਮ ਜਪਣ ਦੇ ਬਲ ਵੀ ਬਖਸ਼ਣ, ਅੰਦਰੋਂ ਰੰਗ ਲੱਗੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ, ਐਸੀ ਮਿਹਰ ਕਰਨ। ਸੋ ਅੱਗੋਂ ਇਤਿਹਾਸ ਦੀ ਕਥਾ ਅੱਗੋਂ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।